ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਸਵਾਗਤ ਹੈ ਤੁਹਾਡਾ ਸੱਚੀਆਂ ਕਹਾਣੀਆਂ ਤੇ। ਸ਼ਿੰਦੇ ਪੁੱਤਰ ਇੱਧਰ ਆ, ਇੱਕ ਗਲਾਸ ਪਾਣੀ ਦਾ ਦੇ ਸ਼ਿੰਦੇ। ਉਹ ਸ਼ਿੰਦੇ ਮਿੰਦੋ ਆਪਣੇ ਪੋਤਰੇ ਸ਼ਿੰਦੇ ਨੂੰ ਆਵਾਜ਼ ਲਗਾਉਂਦੀ ਰਹੀ, ਪਰ ਸ਼ਿੰਦਾ ਤਾਂ ਬਾਹਰ ਖੇਡਣ ਦੌੜ ਗਿਆ। ਉਸਨੇ ਆਪਣੀ ਦਾਦੀ ਦੀ ਆਵਾਜ਼ ਵੱਲ ਧਿਆਨ ਵੀ ਨਾ ਦਿੱਤਾ। ਮਿੰਦੋ ਨੇ ਆਪਣੀਆਂ ਦੋਵਾਂ ਨੂੰਹਾਂ ਨੂੰ ਆਵਾਜ਼ ਲਗਾਈ, ਪਰ ਦੋਵਾਂ ਨੂੰਹਾਂ ਵਿੱਚੋਂ ਇੱਕ ਨੇ ਵੀ ਆਵਾਜ਼ ਨਾ ਉੱਤਰ ਦਿੱਤਾ। ਮਿੰਦੋ ਦੇ ਘਰ ਵਾਲੇ ਦੀ ਮੌਤ ਹੋਈ ਨੂੰ 7 ਮਹੀਨੇ ਹੋ ਚੁੱਕੇ ਸੀ। ਹੁਣ ਉਹ ਬਿਲਕੁਲ ਇਕੱਲੀ ਮਹਿਸੂਸ ਕਰਦੀ ਸੀ। ਮਿੰਦੋ ਦੇ 2 ਪੁੱਤਰ ਤੇ ਇੱਕ ਧੀ ਹੈ। ਧੀ ਦਾ ਵਿਆਹ ਇੱਕ ਚੰਗੇ ਖਾਨਦਾਨ ਦੇ ਵਿੱਚ ਕਰਕੇ ਉਹ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਈ ਹੈ ਅਤੇ ਦੋਵੇਂ ਪੁੱਤਰ ਵੀ ਵਿਆਹੇ ਹੋਏ ਸਨ। ਵੱਡਾ ਮੁੰਡੇ ਰਾਜ ਦੀ ਵਹੁਟੀ ਪਿੰਕੀ, ਛੋਟੇ ਮੁੰਡੇ ਪਾਲੇ ਦੀ ਵਹੁਟੀ ਜਿੰਦਰ। ਦੋਵਾਂ ਦਾ ਇੱਕ ਪੁੱਤਰ ਹੈ। ਰਾਜ ਦਾ ਮੁੰਡਾ ਸ਼ਿੰਦਾ 10 ਸਾਲ ਦਾ ਤੇ ਪਾਲੇ ਦਾ ਮੁੰਡਾ 9 ਸਾਲ ਦਾ ਹੈ। ਦੋਨਾਂ ਦੇ ਵਿੱਚ 1 ਸਾਲ ਦਾ ਫਰਕ ਸੀ, ਪਰ ਦੋਵਾਂ ਦਾ ਜਨਮ ਦਿਨ ਇੱਕੋ ਦਿਨ ਆਉਂਦਾ ਹੈ। ਘਰ ਦੇ ਸਾਰੇ ਮੈਂਬਰ ਆਪਣਾ ਖਿਆਲ ਆਪੇ ਰੱਖ ਸਕਦੇ ਸਨ। ਅਗਰ ਕਿਸੇ ਨੂੰ ਘਰ ਦੇ ਵਿੱਚ ਜ਼ਰੂਰਤ ਸੀ ਤਾਂ ਉਹ ਸੀ ਮਿੰਦੋ। ਢਲਦੀ ਉਮਰ ਦੇ ਨਾਲ ਨਾਲ ਉਹਦੇ ਸਰੀਰ ਦੀ ਤਾਕਤ ਤੇ ਹੱਡੀਆਂ ਦੀ ਜਾਨ ਖਤਮ ਹੁੰਦੀ ਜਾ ਰਹੀ ਸੀ। ਆਪਣੇ ਘਰ ਦੇ ਵਿਹੜੇ ਵਿੱਚ ਮੰਜੀ ਉੱਪਰ ਪਈ ਮਿੰਦੋ ਇਕੱਲੀ ਬੈਠੀ ਖੁਦ ਨੂੰ ਲਾਚਾਰ ਮਹਿਸੂਸ ਕਰ ਰਹੀ ਸੀ। ਉਹ ਬੈਠੇ ਬੈਠੇ ਸੋਚ ਰਹੀ ਸੀ, ਇਹ ਤਾਂ ਕੁਦਰਤ ਦਾ ਕ੍ਰਿਸ਼ਮਾ ਹੈ। ਜਿਵੇਂ ਜਿਵੇਂ ਨਵੀਂ ਪੀੜ੍ਹੀ ਦੇ ਵਿੱਚ ਤਾਕਤ ਆਉਂਦੀ ਹੈ, ਪੁਰਾਣੀ ਪੀੜ੍ਹੀ ਦਾ ਸਰੀਰ ਕਮਜ਼ੋਰ ਤੇ ਲਾਚਾਰ ਹੋ ਜਾਂਦਾ ਹੈ, ਪਰ ਨਵੀਂ ਪੀੜ੍ਹੀ ਤੇ ਪੁਰਾਣੀ ਪੀੜ੍ਹੀ ਦੇ ਵਿੱਚ ਇੰਨੀ ਜ਼ਿਆਦਾ ਦੂਰੀ ਆ ਜਾਵੇਗੀ ਕਿ ਬੱਚਿਆਂ ਨੂੰ ਨਾ ਤਾਂ ਆਪਣੇ ਬਜ਼ੁਰਗਾਂ ਦਾ ਇਕੱਲਾਪਣ ਦਿਖੇਗਾ ਤੇ ਨਾ ਹੀ ਉਹਨਾਂ ਦੀਆਂ ਅੱਖਾਂ ਦੇ ਵਿੱਚ ਆਏ ਅਥਰੂ। ਇਸ ਤਰ੍ਹਾਂ ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ। ਜਦ 7 ਮਹੀਨੇ ਪਹਿਲਾਂ ਉਸਦੇ ਪਤੀ ਦੀ ਮੌਤ ਹੋ ਗਈ ਸੀ ਤਾਂ ਦੋਵੇਂ ਪੁੱਤਰ ਅਤੇ ਨੂੰਹਾਂ ਉਸਦੀ ਸੇਵਾ ਕਰਦੀਆਂ ਸਨ। ਖੁਸ਼ੀ ਦਿਨ ਬੀਤ ਜਾਣ ਤੋਂ ਬਾਅਦ ਦੋਵੇਂ ਪੁੱਤਰਾਂ ਨੇ ਆ ਕੇ ਕਿਹਾ, ਮਾਂ ਸਾਡਾ ਇਹਨਾਂ ਦੋਵਾਂ ਕਮਰਿਆਂ ਦੇ ਵਿੱਚ ਕਿਸੇ ਤਰ੍ਹਾਂ ਗੁਜ਼ਾਰਾ ਹੋਵੇਗਾ। ਹੁਣ ਬੱਚੇ ਵੀ ਤਾਂ ਵੱਡੇ ਹੋ ਰਹੇ ਨੇ, ਉਹਨਾਂ ਨੂੰ ਵੀ ਤੇ ਪੜ੍ਹਾਈ ਵਾਸਤੇ ਅਲੱਗ ਕਮਰਾ ਚਾਹੀਦਾ ਹੈ ਤੇ ਪਿਤਾ ਜੀ ਦਾ ਤਾਂ ਕੁਝ ਕੀਤੇ ਬਗੈਰ ਹੀ ਸਵਰਗ ਸਿਧਾਰ ਗਏ ਹਨ। ਪੁੱਤਰ ਦੀਆਂ ਇਹ ਗੱਲਾਂ ਸੁਣ ਕੇ ਮਿੰਦੋ ਹੈਰਾਨ ਰਹਿ ਗਈ ਤੇ ਪੁੱਛਣ ਲੱਗੀ, ਪਰ ਪੁੱਤਰ ਤੂੰ ਕਹਿਣਾ ਕੀ ਚਾਹੁੰਦਾ ਹੈ? ਮੈਂ ਕੀ ਕਰਾਂ ਸਕਦੀ ਹਾਂ? ਮੇਰੇ ਕੋਲ ਤਾਂ ਇੰਨੇ ਪੈਸੇ ਵੀ ਨਹੀਂ ਹਨ ਕਿ ਮੈਂ ਮਕਾਨ ਦੇ ਉੱਪਰ ਖਰਚ ਕਰ ਸਕਾਂ। ਇੰਨੇ ਵਿੱਚ ਛੋਟਾ ਪੁੱਤਰ ਬੋਲਿਆ, ਮਾਂ ਪਿਤਾ ਜੀ ਨੇ ਸਾਰੀ ਜ਼ਮੀਨ ਜਾਇਦਾਦ ਤੁਹਾਡੇ ਨਾਮ ਕਰ ਦਿੱਤੀ ਹੈ। ਤੁਹਾਡੀ ਜੋ ਪਿੰਡ ਵਾਲੀ ਜ਼ਮੀਨ ਹੈ ਉਸ ਦੀ ਮਾਲਕਿਨ ਤੁਸੀਂ ਹੋ। ਉਸ ਦੀ ਜ਼ਮੀਨ ਦਾ ਅੱਧਾ ਹਿੱਸਾ ਵੇਚ ਦਿਓ। ਵੇਚਣ ਦੇ ਜਿਹੜੇ ਪੈਸੇ ਮਿਲਣਗੇ ਉਸ ਤੋਂ ਅਸੀਂ ਡਬਲ ਸਟੋਰੀ ਮਕਾਨ ਬਣਾ ਲਵਾਂਗੇ। ਵੱਡਾ ਪੁੱਤਰ ਬੋਲਿਆ, ਮਾਂ ਤੁਸੀਂ ਕੁਝ ਸੋਚੋ, ਸਾਡੇ ਬੱਚੇ ਵੱਡੇ ਹੋ ਰਹੇ ਨੇ, ਜਗ੍ਹਾ ਦੀ ਤੰਗੀ ਆ ਰਹੀ ਹੈ। ਕਦੇ ਕਦੇ ਬੱਚਿਆਂ ਦੇ ਦੋਸਤ ਵੀ ਘਰ ਆ ਜਾਂਦੇ ਹਨ ਜਾਂ ਕਦੇ ਕਦੇ ਬੱਚਿਆਂ ਦਾ ਜਨਮ ਦਿਨ ਮਨਾਉਣਾ ਹੁੰਦਾ ਹੈ। ਜਗ੍ਹਾ ਦੀ ਇੱਕ ਤੰਗੀ ਕਰਕੇ ਅਸੀਂ ਉਹਨਾਂ ਦੋਸਤਾਂ ਨੂੰ ਨਹੀਂ ਬੁਲਾ ਸਕਦੇ, ਜਿਨ੍ਹਾਂ ਕਰਕੇ ਉਹਨਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ। ਪੁੱਤਰ ਦੇ ਇੰਨਾ ਕਹਿਣ ਤੇ ਮਿੰਦੋ ਸੋਚਣ ਲੱਗ ਪਈ ਕਿ ਅੱਜ ਜਾਂ ਕੱਲ੍ਹ ਇਹ ਸਾਰਾ ਕੁਝ ਬੱਚਿਆਂ ਦਾ ਤਾਂ ਹੈ। ਇਸ ਤੋਂ ਬਾਅਦ ਮਿੰਦੋ ਨੇ ਆਪਣੀ ਜ਼ਮੀਨ ਦਾ ਅੱਧਾ ਹਿੱਸਾ ਵੇਚ ਦਿੱਤਾ ਅਤੇ ਜ਼ਮੀਨ ਤੋਂ ਮਿਲਿਆ ਹੋਇਆ ਪੈਸਾ ਉਸਨੇ ਆਪਣੇ ਪੁੱਤਰ ਨੂੰ ਦੇ ਦਿੱਤਾ ਤੇ ਕਿਹਾ, ਹੁਣ ਤੁਹਾਨੂੰ ਜਿਸ ਤਰ੍ਹਾਂ ਚੰਗੇ ਲੱਗੇ ਉਸੇ ਤਰ੍ਹਾਂ ਹੀ ਮਕਾਨ ਬਣਾ ਲਵੋ। ਦੋਨਾਂ ਪੁੱਤਰਾਂ ਨੇ ਘਰ ਦੇ ਉੱਪਰ 2 ਮੰਜ਼ਿਲ ਮਕਾਨ ਬਣਾ ਲਿਆ। ਫਿਰ ਕੁਝ ਦਿਨਾਂ ਬਾਅਦ ਮਿੰਦੋ ਦਾ ਵੱਡਾ ਪੁੱਤਰ ਮਿੰਦੋ ਕੋਲ ਆਇਆ ਅਤੇ ਬੋਲਿਆ, ਮਾਂ ਹੁਣ ਤੁਹਾਡੀ ਸਿਹਤ ਠੀਕ ਨਹੀਂ ਰਹਿੰਦੀ ਤੇ ਹੁਣ ਤੁਸੀਂ ਜ਼ਮੀਨ ਜਾਇਦਾਦ ਦਾ ਕੀ ਕਰੋਗੇ? ਹੁਣ ਇਹ ਬੁਢਾਪੇ ਵਿੱਚ ਆਪਣੀ ਜ਼ਿੰਮੇਵਾਰੀਆਂ ਆਪਣੇ ਬੱਚਿਆਂ ਨੂੰ ਦੇ ਦੇਵੋ ਤੇ ਆਰਾਮ ਦੇ ਨਾਲ ਆਪਣੀਆਂ ਨੂੰਹਾਂ ਤੋਂ ਸੇਵਾ ਕਰਾਓ। ਮਾਂ ਨੇ ਕਿਹਾ, ਪੁੱਤਰ ਮੈਂ ਕਿੱਥੇ ਭੱਜੀ ਜਾ ਰਹੀ ਹਾਂ? ਇੰਨੇ ਵਿੱਚ ਮਿੰਦੋ ਦਾ ਛੋਟਾ ਪੁੱਤਰ ਛਿੰਦਾ ਅਤੇ ਰਾਜੂ ਦਾ ਹੱਥ ਫੜ ਕੇ ਲੈ ਆਇਆ ਤੇ ਬੋਲਿਆ, ਮਾਂ ਕੱਲ ਨੂੰ ਦੋਨਾਂ ਦਾ ਜਨਮ ਦਿਨ ਮੈਂ ਚਾਹੁੰਦਾ ਹਾਂ ਕਿ ਤੁਸੀਂ ਕੱਲ ਇਹਨਾਂ ਨੂੰ ਅਜਿਹਾ ਤੋਹਫਾ ਦਿਓ ਕਿ ਜਿਹੜਾ ਇਹ ਜ਼ਿੰਦਗੀ ਭਰ ਯਾਦ ਰੱਖਣ। ਇੰਨੇ ਵਿੱਚ ਮਿੰਦੋ ਬੋਲੀ, ਹਾਂ ਪੁੱਤਰ ਮੈਂ ਵੀ ਇਹਨਾਂ ਦਾ ਜਨਮ ਦਿਨ ਯਾਦਗਾਰ ਬਣਾਉਣਾ ਚਾਹੁੰਦੀ ਹਾਂ, ਪਰ ਮੈਂ ਕੀ ਕਰ ਸਕਦੀ ਹਾਂ? ਇਹਨਾਂ ਨੂੰ ਕਿਹੜੇ ਤੋਹਫੇ ਦੇ ਸਕਦੀ ਹਾਂ? ਉਸ ਵਕਤ ਮਿੰਦੋ ਦਾ ਵੱਡਾ ਮੁੰਡਾ ਬੋਲਿਆ, ਮਾਂ ਇੱਕ ਤੁਸੀਂ ਹੀ ਹੋ ਇਹਨਾਂ ਨੂੰ ਅਨਮੋਲ ਤੋਹਫਾ ਦੇ ਸਕਦੇ। ਇਸ ਤਰ੍ਹਾਂ ਕਹਿੰਦੇ ਹੋਏ ਉਸਨੇ ਆਪਣੀ ਮਾਂ
ਦੇ ਅੱਗੇ ਕੁਝ ਕਾਗਜ਼ ਰੱਖ ਦਿੱਤੇ ਤੇ ਬੋਲਿਆ ਤੁਸੀਂ ਕੁਝ ਨਹੀਂ ਕਰਨਾ, ਇਹਨਾਂ ਕਾਗਜ਼ਾਂ ਦੇ ਉੱਪਰ ਆਪਣੇ ਦਸਤਖਤ ਕਰ ਦਿਓ। ਮਿੰਦੋ ਨੇ ਦੇਖਿਆ ਪੇਪਰ ਅੰਗਰੇਜ਼ੀ ਵਿੱਚ ਲਿਖੇ ਹੋਏ ਸਨ। ਉਸਨੇ ਆਪਣੇ ਪੁੱਤਰ ਨੂੰ ਕਿਹਾ, ਪੁੱਤਰ ਇਹ ਤਾਂ ਅੰਗਰੇਜ਼ੀ ਵਿੱਚ ਲਿਖੇ ਹੋਏ ਨੇ, ਮੈਂ ਇਹਨਾਂ ਨੂੰ ਕਿਸ ਤਰ੍ਹਾਂ ਪੜ੍ਹ ਸਕਦੀ ਹਾਂ? ਤੁਹਾਡੇ ਪਿਤਾ ਜੀ ਨੇ ਕਿਹਾ ਸੀ ਕਿ ਦਸਤਖਤ ਕਰਨ ਤੋਂ ਪਹਿਲਾਂ ਇੱਕ ਵਾਰੀ ਪੜ੍ਹ ਲੈਣਾ ਚਾਹੀਦਾ ਕਿਉਂਕਿ ਅੱਜ ਕੱਲ੍ਹ ਬਹੁਤ ਧੋਖਾਧੜੀ ਹੋ ਰਹੀ ਹੈ। ਫਿਰ ਮਿੰਦੋ ਨੇ ਸੋਚਿਆ ਇਹ ਗੱਲ ਤਾਂ ਪਰਾਇਆਂ ਵਾਸਤੇ ਹੁੰਦੀ ਹੈ, ਇੱਥੇ ਮੇਰੇ ਨਾਲ ਕੌਣ ਧੋਖਾ ਕਰੇਗਾ? ਇੰਨਾ ਸੋਚਦੇ ਉਸਨੇ ਕਾਗਜ਼ ਦੇ ਉੱਪਰ ਦਸਤਖਤ ਕਰ ਦਿੱਤੇ। ਨਾਲ ਹੀ ਮਿੰਦੋ ਦੇ ਮਨ ਵਿੱਚ ਖਿਆਲ ਆਇਆ ਕਿ ਪੁੱਛਣ ਤੇ ਚਾਹੀਦਾ ਹੈ ਕਿ ਇਹ ਕਿਸ ਚੀਜ਼ ਦੇ ਪੇਪਰ ਨੇ। ਜਦ ਮਿੰਦੋ ਨੇ ਆਪਣੇ ਪੁੱਤਰ ਤੋਂ ਪੁੱਛਿਆ ਤਾਂ ਵੱਡਾ ਪੁੱਤਰ ਮੁਸਕਰਾਉਂਦੇ ਹੋਏ ਬੋਲਿਆ, ਮਾਂ ਇਹਨਾਂ ਪੇਪਰਾਂ ਦੇ ਉੱਪਰ ਇਹ ਲਿਖਿਆ ਹੈ ਕਿ ਪਿੰਡ ਵਾਲੀ ਸਾਰੀ ਜ਼ਮੀਨ ਤੁਸੀਂ ਸਾਡੇ ਨਾਮ ਕਰ ਰਹੇ ਹੋ। ਇਹ ਸੁਣ ਕੇ ਮਿੰਦੋ ਨੂੰ ਧੱਕਾ ਲੱਗਿਆ ਕਿ ਕਿਸ ਤਰ੍ਹਾਂ ਚਲਾਕੀ ਦੇ ਨਾਲ ਉਹਦੇ ਦੋਵਾਂ ਪੁੱਤਰਾਂ ਨੇ ਉਸ ਤੋਂ ਕਾਗਜ਼ ਦੇ ਉੱਪਰ ਦਸਤਖਤ ਕਰਾ ਲਏ ਸਨ। ਪਰ ਫਿਰ ਸੋਚਣ ਲੱਗੀ ਕਿ ਪੁੱਤਰ ਸਹੀ ਤੇ ਕਹਿ ਰਹੇ ਸੀ ਕਿ ਮੈਂ ਇਸ ਉਮਰ ਦੇ ਵਿੱਚ ਜ਼ਮੀਨ ਜਾਇਦਾਦ ਦਾ ਕੀ ਕਰਾਂਗੀ, ਤੇ ਅਗਰ ਮੈਂ ਇਹਨਾਂ ਨੂੰ ਦੇ ਵੀ ਦਿੱਤੀ ਤਾਂ ਕੀ ਫਰਕ ਪੈ ਗਿਆ? ਹੁਣ ਮੈਂ ਆਰਾਮ ਨਾਲ ਰਹਾਂਗੀ। ਅਗਲੇ ਦਿਨ ਸਵੇਰੇ ਸਵੇਰੇ ਮਿੰਦੋ ਪਾਰਕ ਦੇ ਵਿੱਚ ਗਈ। ਥੋੜੀ ਦੇਰ ਸੈਰ ਕਰਨ ਬਾਅਦ ਉਸਨੇ ਆਪਣੀ ਸਹੇਲੀ ਰਚਨਾ ਨੂੰ ਮਿਲੀ। ਆਪਣੀ ਸਹੇਲੀ ਨਾਲ ਗੱਪ-ਛੱਪ ਮਾਰਨ ਤੋਂ ਬਾਅਦ ਜਦ ਮਿੰਦੋ ਵਾਪਸ ਘਰ ਆਈ ਤਾਂ ਦੇਖਦੀ ਹੈ ਕਿ ਘਰ ਵਿੱਚ ਕੋਈ ਨਹੀਂ ਸੀ। ਰਸੋਈ ਦਾ ਸਾਰਾ ਸਮਾਨ ਗਾਇਬ ਸੀ। ਕੁਝ ਪਲ ਲਈ ਉਹ ਘਰ ਘਬਰਾ ਗਈ। ਫਿਰ ਉਸਨੇ ਆਪਣੇ ਪੁੱਤਰ ਨੂੰ ਆਵਾਜ਼ ਦਿੱਤੀ ਤੇ ਇੰਨੇ ਵਿੱਚ ਵੱਡੀ ਨਾ ਉੱਪਰੋਂ ਬੋਲੀ, ਕੀ ਹੋਇਆ ਮਾਂ ਜੀ, ਇੰਨਾ ਕਿਉਂ ਰੌਲਾ ਪਾ ਰਹੇ ਹੋ? ਅਸੀਂ ਉੱਪਰ ਆ ਗਏ ਹਾਂ, ਸਾਰਾ ਸਮਾਨ ਲੈ। ਠੀਕ ਹੈ ਪੁੱਤਰ, ਮੈਂ ਵੀ ਉੱਪਰ ਹੀ ਆ ਜਾਂਦੀ ਹਾਂ। ਜਿਵੇਂ ਮਿੰਦੋ ਉੱਪਰ ਗਈ ਤਾਂ ਨੌ ਜ਼ੋਰ ਦੀ ਬੋਲੀ, ਤੁਹਾਨੂੰ ਦਿਖਾਈ ਨਹੀਂ ਦਿੰਦਾ ਸਾਰਾ ਘਰ ਗੰਦਾ ਕਰ ਦਿੱਤਾ? ਹੁਣੇ ਮੈਂ ਪੋਚਾ ਲਾ ਕੇ ਹਟੀਆਂ, ਸੁੱਕ ਲੈਣ ਦੇ ਨਾ ਸੀ ਆਪਣੀ ਨੌਂ ਦੇ ਮੂੰਹ। ਇਹੋ ਜੀ ਗੱਲ ਸੁਣ ਕੇ ਮਿੰਦੋ ਦਾ ਕਲੇਜਾ ਮੂੰਹ 'ਚ ਆ ਗਿਆ ਤੇ ਨੌਂ ਹਕਲਾਉਂਦੇ ਹੋਏ ਬੋਲੀ, ਧੀਏ ਮੈਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਹੈ। ਨੌਂ ਦਾ ਗੁੱਸੇ ਵਾਲਾ ਚਿਹਰਾ ਦੇਖ ਕੇ ਬੋਲੀ, ਮੈਂ ਉੱਪਰ ਨਹੀਂ ਆਵਾਂਗੀ ਤੇ ਨਾ ਹੀ ਫਰਸ਼ ਗੰਦਾ ਕਰੂੰਗੀ, ਤੂੰ ਮੈਨੂੰ ਰੋਟੀ ਥੱਲੇ ਦੇ ਭੇਜ ਦੇ। ਇੰਨੇ ਵਿੱਚ ਨੌਂ ਬੋਲੀ, ਦੇਖ ਮਾਂ ਜੀ, ਹਜੇ ਮੈਂ ਖਾਣਾ ਨਹੀਂ ਬਣਾਇਆ, ਉੱਪਰ ਜਾ ਕੇ ਆਪਣੀ ਛੋਟੀ ਨੌਂ ਨੂੰ ਪੁੱਛ ਲਓ, ਉਸਨੇ ਬਣਾਇਆ ਹੈ ਤਾਂ ਤੁਹਾਨੂੰ ਦੇ ਦੇਵੇਗੀ। ਪੁੱਤਰ ਪਹਿਲੇ ਹੀ ਮੈਂ ਇੰਨੀਆਂ ਪੌੜੀਆਂ ਚੜ੍ਹ ਕੇ ਉੱਪਰ ਆਈਆਂ, ਮੇਰੇ ਪਹਿਲਾਂ ਹੀ ਸਾਹ ਫੁੱਲੀ ਪਈ ਹੈ, ਤੂੰ ਕੁਝ ਖਾਣ ਨੂੰ ਦੇ ਦੇ, ਅਜੇ ਮੈਨੂੰ ਬਹੁਤ ਸਾਰੇ ਕੰਮ ਨੇ, ਸਿਰਫ ਮੈਨੂੰ ਇੱਕ ਰੋਟੀ ਬਣਾਉਣ ਦਾ ਹੀ ਕੰਮ ਨਹੀਂ ਹੈ। ਇੰਨਾ ਸੁਣ ਮਿੰਦੋ ਉੱਪਰ ਚਲੀ ਗਈ। ਮਿੰਦੋ ਹੁਣ ਆਪਣੀ ਛੋਟੀ ਨੌਂ ਵੱਲ ਗਈ। ਉੱਥੇ ਜਾ ਕੇ ਦੇਖਿਆ ਉਹ ਵੀ ਆਪਣੇ ਘਰ ਦੇ ਕੰਮਾਂ ਵਿੱਚ ਲੱਗੀ ਹੋਈ ਸੀ। ਉਸਨੇ ਆਵਾਜ਼ ਦਿੱਤੀ ਤਾਂ ਖਾਣਾ ਮੰਗਿਆ ਤਾਂ ਛੋਟੀ ਨੌਂ ਨੇ ਕਿਹਾ, ਮਾਂ ਜੀ ਹਜੇ ਮੈਂ ਰੋਟੀਆਂ ਨਹੀਂ ਪਕਾਈਆਂ, ਰਾਤ ਦੀਆਂ ਰੋਟੀਆਂ ਪਈਆਂ ਨੇ, ਉਹੀ ਖਾ ਲਵੋ। ਮਿੰਦੋ ਹੁਣ ਰਾਤ ਦੀਆਂ ਰੋਟੀਆਂ ਲੈ ਕੇ ਥੱਲੇ ਆ ਗਈ ਅਤੇ ਉਹ ਇਹ ਸਮਝ ਨਹੀਂ ਪਾ ਰਹੀ ਸੀ ਕੀ ਹੋ ਗਿਆ। ਜਿਹੜੀਆਂ ਨੌਆਂ ਸਾਰਾ ਦਿਨ ਉਸਦੇ ਅੱਗੇ ਪਿੱਛੇ ਫਿਰ ਕੇ ਮਾਂ ਜੀ ਕਹਿੰਦੀਆਂ ਸਨ, ਅੱਜ ਉਹਨਾਂ ਦਾ ਵਿਵਹਾਰ ਇੰਨਾ ਕਿਉਂ ਬਦਲ ਗਿਆ ਹੈ? ਉਸੇ ਵਕਤ ਮਿੰਦੋ ਦੀ ਧੀ ਫੋਨ ਆਉਂਦਾ ਹੈ, ਮਾਂ ਤੁਸੀਂ ਕਿਸ ਤਰ੍ਹਾਂ ਦੇ ਹੋ, ਖਾਣਾ ਸਮੇਂ ਤੇ ਖਾਂਦੇ ਹੋ ਜਾਂ ਨਹੀਂ? ਮਿੰਦੋ ਬੋਲੀ, ਬੇਟਾ ਮੈਂ ਬਿਲਕੁਲ ਠੀਕ ਹਾਂ, ਤੇਰੇ ਦੋਵਾਂ ਭਰਾਵਾਂ ਭਰਜਾਈਆਂ ਨੇ ਮੈਨੂੰ ਆਪਣੀਆਂ ਅੱਖਾਂ ਤੇ ਬਿਠਾਇਆ ਹੋਇਆ ਹੈ, ਤੇਰੀਆਂ ਭਰਜਾਈਆਂ ਤਾਂ ਮੈਨੂੰ ਗਰਮ ਗਰਮ ਖਾਣਾ ਬਣਾ ਕੇ ਦਿੰਦੀਆਂ ਹਨ, ਮੈਂ ਹੁਣੇ ਖਾ ਰਹੀ ਹਾਂ। ਬਾਅਦ ਵਿੱਚ ਗੱਲਾਂ ਕਰਦੀ ਹੈ। ਇੰਨਾ ਕਹਿੰਦੇ ਹੀ ਮਿੰਦੋ ਦੀਆਂ ਅੱਖਾਂ ਵਿੱਚ ਪਾਣੀ ਆ ਗਿਆ ਤੇ ਉਸਦਾ ਗਲਾ ਭਾਰ ਹੋ ਗਿਆ। ਉਹ ਆਪਣੀ ਕੁੜੀ ਦੀਪ ਦਾ ਦਿਲ ਨਹੀਂ ਦਿਖਾਉਣਾ ਚਾਹੁੰਦੀ ਸੀ, ਇਸ ਕਰਕੇ ਉਸਨੇ ਝੱਟ ਫੋਨ ਕੱਟ ਦਿੱਤਾ। ਰੋਟੀ ਖਾਣ ਤੋਂ ਬਾਅਦ ਮਿੰਦੋ ਮਨ ਹੀ ਮਨ ਸੋਚ ਰਹੀ ਸੀ ਕਿ ਅੱਜ ਉਹ ਆਪਣੇ ਦੋਵਾਂ ਪੁੱਤਰਾਂ ਦੇ ਨਾਲ ਇਸ ਵਿਸ਼ੇ ਤੇ ਗੱਲ ਕਰੇਗੀ। ਸਾਰੀ ਰਾਤ ਲੰਘ ਗਈ। ਮਿੰਦੋ ਹੁਣ ਦੁਪਹਿਰ ਦੇ ਖਾਣੇ ਦਾ ਇੰਤਜ਼ਾਰ ਕਰ ਰਹੀ ਸੀ। ਜਦ ਕੋਈ ਨਹੀਂ ਆਇਆ ਤਾਂ ਹਾਰ ਥੱਕ ਕੇ ਉਸਨੇ ਆਵਾਜ਼ ਲਗਾਈ, ਧੀਏ ਮੈਨੂੰ ਭੁੱਖ ਲੱਗੀ ਹੈ, ਖਾਣਾ ਦੇ ਦਿਓ, ਪਰੰਤੂ ਕੋਈ ਉੱਤਰ ਨਾ ਆਇਆ। ਥੋੜੀ ਦੇਰ ਬਾਅਦ ਮਿੰਦੋ ਨੇ ਫੇਰ ਆਪਣੀ ਨੌਂ ਨੂੰ ਆਵਾਜ਼ ਲਗਾਈ। 4-5 ਆਵਾਜ਼ਾਂ ਦੇਣ ਤੋਂ ਬਾਅਦ ਜਦ ਕੋਈ ਆਵਾਜ਼ ਨਾ ਆਈ ਤਾਂ ਥੱਕ ਕਰਕੇ ਮਿੰਦੋ ਫੇਰ ਉੱਪਰ ਗਈ। ਵੱਡੀ ਨੌਂ ਨੇ ਮੂੰਹ ਬਣਾਉਂਦੇ ਹੋਏ ਰੋਟੀ ਤੇ ਸਬਜ਼ੀ ਇੱਕ ਡਿਸਪੋਜ਼ਲ ਪਲੇਟ ਦੇ ਵਿੱਚ ਪਾ ਕੇ ਰੱਖ ਦਿੱਤੀ, ਜਿਵੇਂ ਕਿਸੇ ਭਿਖਾਰੀ ਦੇ ਅੱਗੇ ਰੱਖੀ ਹੋਵੇ। ਮਿੰਦੋ ਦਾ ਆਪਣੀ ਨੌਂ ਦਾ ਅਜਿਹਾ ਵਿਵਹਾਰ ਦੇਖ ਕੇ ਹੈਰਾਨੀ ਦਾ ਕੋਈ ਟਿਕਾਣਾ ਨਹੀਂ ਰਿਹਾ ਸੀ। ਉਹ ਸੋਚਣ ਲੱਗੀ, ਅਖੀਰ ਅੱਜ ਉਹਦੀਆਂ ਦੋਨਾਂ ਉਸੇ ਵਕਤ 2 ਵਕਤ ਦੀਆਂ ਰੋਟੀਆਂ ਵੀ ਭਾਰੀ ਲੱਗ ਪਈਆਂ ਨੇ। ਜਿਹਾ ਕੀ ਹੋ ਗਿਆ ਕਿ ਉਹ ਅਜੇ ਇਹ ਵਿਚਾਰਾਂ ਵਿੱਚ ਡੁੱਬੀ ਹੋਈ ਸੀ ਕਿ ਉਸਦੀ ਨਜ਼ਰ ਬਾਹਰੋਂ ਆਉਂਦੇ ਆਪਣੇ ਛੋਟੇ ਪੁੱਤਰ ਤੇ ਪਈ। ਪਿੱਛੇ ਪਿੱਛੇ ਵੱਡਾ ਪੁੱਤਰ ਵੀ ਆ ਰਿਹਾ ਸੀ। ਜਿਵੇਂ ਹੀ ਉਹ ਖੁਦ ਦੋਵੇਂ ਅੰਦਰ ਆਏ ਤਾਂ ਮਿੰਦੋ ਨੇ ਕਿਹਾ, ਪੁੱਤਰ ਮੈਨੂੰ ਅੱਜ ਤੁਹਾਡੇ ਦੋਵਾਂ ਨਾਲ ਬੜੀ ਜ਼ਰੂਰੀ ਗੱਲ ਕਰਨੀ ਹੈ। ਉਸੇ ਵਕਤ ਛੋਟਾ ਮੁੰਡਾ ਬੋਲਿਆ, ਮਾਂ ਜੀ ਜੋ ਵੀ ਗੱਲ ਕਰਨੀ ਹੈ ਬਾਅਦ ਵਿੱਚ ਕਰਾਂਗੇ, ਮੈਂ ਹੁਣ ਬਹੁਤ ਥੱਕਿਆ ਹੋਇਆ। ਵੱਡੇ ਮੁੰਡੇ ਨੇ ਕਿਹਾ, ਮਾਂ ਮੈਂ ਵੀ ਬਹੁਤ ਥੱਕਿਆ ਹੋਇਆ, ਤੁਹਾਨੂੰ
ਤੇ ਕੋਈ ਕੰਮ ਹੀ ਨਹੀਂ। ਇੰਨਾ ਕਹਿੰਦੇ ਕਹਿੰਦੇ ਉਹ ਦੋਵੇਂ ਪੁੱਤਰ ਚਲੇ ਗਏ। ਮਿੰਦੋ ਮਜੂਸ ਹੋ ਕੇ ਉੱਥੇ ਹੀ ਬੈਠੀ ਰਹੀ। ਉਸਨੂੰ ਸਾਰੀ ਰਾਤ ਨੀਂਦ ਨਾ ਆਈ। ਅਗਲੇ ਦਿਨ ਸਵੇਰੇ ਉੱਠ ਕੇ ਉਸਨੇ ਆਪਣੇ ਪੁੱਤਰ ਨਾਲ ਗੱਲ ਕਰਨ ਦੀ ਸੋਚੀ ਤਾਂ ਪੌੜੀਆਂ ਚੜ੍ਹ ਕੇ ਉਹ ਉੱਪਰ ਗਈ। ਉੱਪਰ ਜਾ ਕੇ ਦੇਖਿਆ ਮਿੰਦੋ ਦਾ ਵੱਡਾ ਪੁੱਤਰ ਰਾਜ ਕੰਮ ਤੇ ਜਾਣ ਵਾਸਤੇ ਤਿਆਰ ਹੋ ਰਿਹਾ ਸੀ। ਮਿੰਦੋ ਨੂੰ ਦੇਖ ਕੇ ਨੌਂ ਬੋਲੀ, ਸੁਣ ਜੀ ਤੁਹਾਡੀ ਮਾਂ ਆਈ ਹੈ। ਇੰਨਾ ਸੁਣ ਕੇ ਮਿੰਦੋ ਨੇ ਕਿਹਾ, ਇਹ ਕੀ ਗੱਲ ਧੀਏ, ਕਿ ਮੈਂ ਤੇਰੀ ਕੁਝ ਨਹੀਂ ਲੱਗਦੀ? ਤਾਂ ਮਿੰਦੋ ਦਾ ਪੁੱਤਰ ਰਾਜ ਬੋਲਿਆ, ਕਿਉਂ ਮਾਂ, ਇਹਦੇ ਵਿੱਚ ਨਾਰਾਜ਼ ਹੋਣ ਵਾਲੀ ਕਿਹੜੀ ਗੱਲ ਹੈ? ਫਿਰ ਮਿੰਦੋ ਬੋਲੀ, ਪੁੱਤਰ ਕੀ ਗੱਲ ਹੈ? ਕੱਲ ਤੋਂ ਦੇਖ ਰਹੀ ਆ ਨੌਂ ਦਾ ਵਿਵਹਾਰ ਬਦਲਿਆ ਹੋਇਆ ਤੇ ਤੇਰਾ ਵੀ ਵਿਵਹਾਰ ਅਜੀਬ ਹੈ। ਕੀ ਹੈ ਮਾਂ, ਤੁਸੀਂ ਸਵੇਰੇ ਸਵੇਰੇ ਆ ਕੇ ਫਾਲਤੂ ਡਰਾਮਾ ਕਰਨ ਲੱਗ ਪਏ ਹੋ। ਛੋਟੀ ਜਿਹੀ ਗੱਲ ਦਾ ਪਤੰਗੜ ਬਣਾ ਕੇ ਰੱਖ ਦਿੰਦੀ ਹੈ। ਉਸੇ ਵਕਤ ਨੌਂ ਬੋਲੀ, ਸੁਣ ਲਿਆ, ਹੁਣ ਜਾਓ ਇੱਥੋਂ। ਨੌਂ ਦੇ ਮੂੰਹ ਜਿਹੀ ਗੱਲ ਸੁਣ ਕੇ ਮਿੰਦੋ ਦੇ ਹੱਥ ਪੈਰ ਸੁੰਨ ਪੈ ਗਏ। ਉਸਨੂੰ ਇਸ ਤਰ੍ਹਾਂ ਲੱਗਾ ਜਿਵੇਂ ਉਹ ਕਿਸੇ ਬੁਰੇ ਸੁਪਨੇ ਤੋਂ ਜਾਗੀ ਹੋਵੇ। ਮਿੰਦੋ ਬੇਇੱਜ਼ਤੀ ਹੋ ਕੇ ਆਪਣੀ ਵੱਡੀ ਨੌਂ ਦੇ ਕਮਰੇ ਵਿੱਚ ਬਾਹਰ ਆ ਗਈ। ਉਹ ਬਹੁਤ ਜ਼ਿਆਦਾ ਡਰ ਗਈ ਸੀ, ਪਰ ਉਸਨੂੰ ਭੁੱਖ ਵੀ ਲੱਗੀ ਹੋਈ ਸੀ। ਇਸ ਲਈ ਹਿੰਮਤ ਕਰਕੇ ਉਹ ਆਪਣੇ ਛੋਟੇ ਪੁੱਤਰ ਕੋਲ ਉੱਪਰ ਚਲੀ ਗਈ। ਦਰਵਾਜ਼ਾ ਖੁੱਲ੍ਹਾ ਸੀ। ਮਿੰਦੋ ਨੇ ਆਵਾਜ਼ ਦਿੱਤੀ, ਪਰ ਕੋਈ ਬਾਹਰ ਨਾ ਆਇਆ। ਫਿਰ ਮਿੰਦੋ ਅੰਦਰ ਜਾ ਕੇ ਬੈਠ ਗਈ। ਉਸਦੇ ਪੁੱਤਰ ਨੇ ਉਸਨੂੰ ਦੇਖਿਆ ਤੇ ਰਸੋਈ 'ਚ 2 ਰੋਟੀਆਂ ਲਿਆ ਕੇ ਮਿੰਦੋ ਨੂੰ ਦਿੱਤੀਆਂ। ਅਜੇ ਮਿੰਦੋ ਨੇ ਪਹਿਲੀ ਬੁਰਕੀ ਤੋੜੀ ਸੀ, ਇੰਨੇ ਵਿੱਚ ਛੋਟੀ ਨੌਂ ਕਮਰੇ ਵਿੱਚ ਬਾਹਰ ਆਈ ਤੇ ਬੋਲੀ, ਮਾਂ ਜੀ ਤੁਸੀਂ ਇੱਥੇ ਕਿਵੇਂ? ਆਪਣੀ ਨੌਂ ਦੇ ਮੂੰਹ ਅਜਿਹਾ ਸਵਾਲ ਸੁਣ ਕੇ ਮਿੰਦੋ ਦੀਆਂ ਅੱਖਾਂ ਭਰ ਆਈਆਂ। ਇਸ ਦਾ ਕੀ ਮਤਲਬ ਕਿ ਹੁਣ ਛੋਟੀ ਨੌਂ ਨੇ ਵੀ ਮੈਨੂੰ ਇਹ ਕਹਿ ਦਿੱਤਾ ਕਿ ਇੱਥੇ ਨਾ ਆਇਆ ਕਰੋ? ਹੁਣ ਤੂੰ ਵੀ ਜਿਹੀ ਗੱਲ ਕਰੇਂਗੀ ਤਾਂ ਮੈਂ ਕਿਸ ਕੋਲ ਜਾਵਾਂਗੀ? ਆਪਣੀ ਮਾਂ ਦੇ ਮੂੰਹ ਇਹ ਗੱਲ ਸੁਣ ਕੇ ਮਿੰਦੋ ਦੇ ਪੁੱਤਰ ਨੇ ਕਿਹਾ, ਮਾਂ ਤੁਸੀਂ ਪਹਿਲਾਂ ਖਾਣਾ ਖਾ ਲਵੋ। ਪੁੱਤਰ ਨੂੰ ਪਿਆਰ ਮਾਂ ਨਾਲ ਗੱਲ ਕਰਦੇ ਦੇਖ ਛੋਟੀ ਨੌਂ ਬਹੁਤ ਗੁੱਸਾ ਆਇਆ, ਪਰੰਤੂ ਉਹ ਉਸ ਸਮੇਂ ਕੁਝ ਨਾ ਕਰ ਸਕੀ। ਅਗਲੇ ਦਿਨ ਜਦੋਂ ਮਿੰਦੋ ਨੇ ਆਪਣੇ ਵੱਡੇ ਮੁੰਡੇ ਨੂੰ ਦਵਾਈਆਂ ਲਿਆਉਣ ਵਾਸਤੇ ਕਿਹਾ ਤਾਂ ਵੱਡੀ ਨੌਂ ਨੇ ਸਾਫ਼ ਜਵਾਬ ਦੇ ਦਿੱਤਾ ਕਿ ਸਾਡੇ ਤੋਂ ਆਪਣੇ ਖਰਚੇ ਨਹੀਂ ਪੂਰੇ ਹੁੰਦੇ, ਅਸੀਂ ਤੁਹਾਡੇ ਖਰਚੇ ਕਿਵੇਂ ਚੁੱਕੇ? ਗੱਲ 2 ਰੋਟੀਆਂ ਦੀ ਹੁੰਦੀ ਤਾਂ ਠੀਕ ਸੀ, ਪਰ ਤੁਹਾਡੇ ਤਾਂ ਖਰਚੇ ਘੱਟ ਨਹੀਂ। ਕਦੇ ਕੱਪੜਿਆਂ ਦਾ ਖਰਚਾ, ਦਵਾਈਆਂ ਦਾ ਖਰਚਾ, ਖਾਣ ਪੀਣ ਦਾ ਖਰਚਾ, ਸਾਡੇ ਖਰਚੇ ਨਹੀਂ ਚੁੱਕੇ ਜਾਣਗੇ। ਹੁਣ ਮਿੰਦੋ ਨੇ ਆਪਣੀ ਵੱਡੀ ਨੌਂ ਦੇ ਕੋਲ ਜਾ ਕੇ ਰੋਟੀ ਮੰਗਣੀ ਛੱਡ ਦਿੱਤੀ ਸੀ। ਹੁਣ ਉਹ 3 ਵਕਤ ਆਪਣੀ ਛੋਟੀ ਨੌਂ ਦੇ ਕੋਲ ਹੀ ਰੋਟੀ ਖਾਂਦੀ ਸੀ। ਇੱਕ ਦਿਨ ਜਦੋਂ ਮਿੰਦੋ ਆਪਣੀ ਛੋਟੀ ਨੌਂ ਦੇ ਕੋਲ ਰੋਟੀ ਖਾਣ ਜਾ ਰਹੀ ਸੀ ਤਾਂ ਉਸਨੂੰ ਆਪਣੀ ਛੋਟੀ ਨੌਂ ਦੀ ਆਵਾਜ਼ ਆਈ। ਉਹ ਆਪਣੇ ਘਰ ਵਾਲੇ ਨਾਲ ਲੜ ਰਹੀ ਸੀ। ਕੁਝ ਸਿੱਖੋ ਆਪਣੇ ਵੱਡੇ ਭਰਾ ਭਰਜਾਈ ਤੋਂ। ਉਹਨਾਂ ਨੇ ਆਪਣਾ ਪੱਲਾ ਝਾੜ ਲਿਆ, ਸਾਡੇ ਮੱਥੇ ਮੜ ਦਿੱਤੀ। ਤੁਹਾਡੀ ਮਾਂ, ਸਾਡੇ ਖਰਚੇ ਪਹਿਲਾਂ ਹੀ ਕਿਤੇ ਘੱਟ ਨੇ। ਉਸ ਵਕਤ ਛੋਟਾ ਪੁੱਤਰ ਬੋਲਿਆ, ਤੇਰੇ ਗੱਲ ਠੀਕ ਹੈ, ਜਦ ਵੱਡਾ ਵੀਰ ਸਾਡੀ ਸਾਰੀ ਜ਼ਿੰਮੇਵਾਰੀ ਨਹੀਂ ਚੁੱਕ ਸਕਦਾ ਤਾਂ ਸਾਰਾ ਬੋਝ ਮੈਂ ਕਿਉਂ ਚੁੱਕਾਂ? ਮੈਂ ਵੱਡੇ ਵੀਰ ਨਾਲ ਗੱਲ ਕਰਕੇ ਮਾਂ ਨੂੰ ਵਰਿੱਧ ਆਸ਼ਰਮ ਭੇਜਣ ਦਾ ਇੰਤਜ਼ਾਮ ਕਰ ਦਿੰਦਾ ਹਾਂ। ਇਹ ਸੁਣ ਕੇ ਮਿੰਦੋ ਦੇ ਹੋਸ਼ ਉੱਡ ਗਏ। ਉਹ ਉਹਨਾਂ ਹੀ ਪੈਰਾਂ ਦੇ ਵਾਪਸ ਆ ਗਈ। ਹੁਣ ਕਿਸੇ ਵੀ ਨੌਂ ਪੁੱਤਰ ਕੋਲ ਦੁਬਾਰਾ ਜਾਣ ਦੀ ਉਸ ਵਿੱਚ ਹਿੰਮਤ ਨਹੀਂ ਸੀ। ਹੁਣ ਉਸ ਦੀ ਬਰਦਾਸ਼ਤ ਦੀ ਹੱਦ ਖਤਮ ਹੁੰਦੀ ਜਾ ਰਹੀ ਸੀ, ਕਿਉਂਕਿ ਮਿੰਦੋ ਨੂੰ ਰੋਟੀ ਖਵਾਉਣਾ ਤਾਂ ਦੂਰ, ਹੁਣ ਕੋਈ ਉਸਨੂੰ ਇਸ ਘਰ ਵਿੱਚ ਦੇਖਣਾ ਵੀ ਨਹੀਂ ਸੀ ਚਾਹੁੰਦਾ। ਉਹ ਕੱਲੀ ਸਾਰੇ ਪਾਸਿਆਂ ਤੋਂ ਠੁਕਰਾਈ ਹੋਈ ਮੰਜੀ ਤੇ ਆ ਬੈਠੀ। ਜਦ ਨੌਂ ਪੁੱਤਰਾਂ ਨੇ ਆਪਣੇ ਜ਼ਿੰਮੇਵਾਰੀ ਤੋਂ ਪੱਲਾ ਝਾੜ ਲਿਆ ਸੀ ਤਾਂ ਉਹ ਆਪਣੇ ਪੋਤਰਿਆਂ ਤੋਂ ਵੀ ਕੀ ਉਮੀਦ ਰੱਖ ਸਕਦੀ ਸੀ? ਉਹ ਵੀ ਆਪਣੇ ਮਾਂ ਪਿਓ ਦੇ ਨਕਸ਼ੇ ਕਦਮਾਂ ਤੇ ਚੱਲਣਗੇ। ਐਡੇ ਵੱਡੇ ਪਰਿਵਾਰ ਨੂੰ ਹੁੰਦਿਆਂ ਮਿੰਦੋ ਇਕੱਲੇਪਨ ਤੇ ਭੁੱਖੇ ਮਾਰੀ ਦੀ ਮਾਰ ਨੂੰ ਚੱਲ ਰਹੀ ਸੀ। ਅੱਜ ਬਿਨਾਂ ਕੁਝ ਖਾਧੇ ਪੀਤੇ ਬਾਹਰ ਚਲੀ ਗਈ ਤਾਂ ਮਿੰਦੋ ਦੀ ਸਹੇਲੀ ਰਚਨਾ ਮਹਿਸੂਸ ਕੀਤਾ। ਅੱਜ ਉਹ ਥੋੜੀ ਜਿਹੀ ਚੁੱਪਚਾਪ ਸੀ। ਥੋੜੀ ਦੇਰ ਉਸਨੇ ਸੋਚਿਆ ਕਿ ਮੈਨੂੰ ਖੁਦ ਹੀ ਦੱਸ ਦੇਵੇਗੀ, ਪਰ ਜਦੋਂ ਮਿੰਦੋ ਨੇ ਕੁਛ ਨਾ ਦੱਸਿਆ ਤਾਂ ਰਚਨਾ ਨੇ ਮਿੰਦੋ ਤੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ ਤੇ ਮਿੰਦੋ ਨੇ ਬੜੇ ਹੀ ਭਰੇ ਮਨ ਨਾਲ ਬੋਲੀ, ਕੀ ਦੱਸਾਂ ਤੈਨੂੰ? ਜਦੋਂ ਮੈਂ ਆਪਣੀ ਕੁੜੀ ਨੂੰ ਜਨਮ ਦਿੱਤਾ ਸੀ ਨਾ, ਸਾਨੂੰ ਲੱਗਿਆ ਸੀ ਜਿਵੇਂ ਸਾਡੇ ਉੱਪਰ ਕਿਸੇ ਨੇ ਬੜਾ ਵੱਡਾ ਬੋਝ ਰੱਖ ਦਿੱਤਾ ਹੋਵੇ, ਕਿਉਂਕਿ ਸਾਨੂੰ ਉਸ ਦਹੇਜ ਦੇਣਾ ਪਵੇਗਾ, ਬੜਾ ਲਿਖਾ ਕੇ ਦੂਸਰਿਆਂ ਦੇ ਘਰ ਭੇਜਣਾ ਪਵੇਗਾ। ਪਰ ਕੁੜੀ ਤੋਂ ਬਾਅਦ ਜਦੋਂ ਮੈਨੂੰ 2 ਪੁੱਤਰ ਪੈਦਾ ਹੋਏ ਤਾਂ ਮੈਂ ਫੁੱਲੀ ਨਹੀਂ ਸੀ ਸਮਾ ਰਹੀ। ਮੇਰੇ ਧਰਤੀ ਤੇ ਪੈਰ ਨਹੀਂ ਸੀ ਲੱਗ ਰਹੇ। ਮੇਰੇ ਘਰ ਵਾਲੇ ਦਾ ਮਾਣ ਦੇ ਸੀਨਾ ਚੌੜਾ ਹੋ ਰਿਹਾ ਸੀ। ਸਾਨੂੰ ਲੱਗ ਰਿਹਾ ਸੀ ਅਸੀਂ ਪਿਛਲੇ ਜਨਮ ਜ਼ਰੂਰ ਕੋਈ ਮੋਤੀ ਦਾਨ ਕੀਤੇ ਹੋਣਗੇ, ਜੋ ਇਸ ਜਨਮ ਦੇ ਵਿੱਚ ਬਾਬੇ ਨੇ ਸਾਡੇ ਉੱਪਰ ਮਿਹਰ ਕੀਤੀ। ਸਾਡੀ ਝੋਲੀ ਦੇ ਵਿੱਚ 2 ਪੁੱਤਰ ਪਾਏ। ਪੁੱਤਰਾਂ ਦੇ ਨਾਲ ਮੇਰਾ ਬੁਢਾਪਾ ਵਧੀਆ ਕੱਟੇਗਾ। ਪੁੱਤਰ ਮੇਰੇ ਬੁਢਾਪੇ ਦੀ ਲਾਠੀ ਬਣਨਗੇ।
ਮੈਂ ਆਪਣੀ ਸਾਰੀ ਜ਼ਿੰਦਗੀ ਇਸੇ ਗਲਤ ਫੈਮਿਲੀ ਵਿੱਚ ਕੱਟ ਦਿੱਤੀ ਜੋ ਆਪਣੇ ਬੱਚਿਆਂ ਦੇ ਉੱਪਰ ਖਰਚ ਕਰ ਰਹੀ ਹਾਂ। ਬੁਢਾਪਿਆਂ ਦੇ ਵਿੱਚ ਮੈਨੂੰ ਸੂਤ ਸਮੇਤ ਵਾਪਸ ਮਿਲ ਜਾਵੇਗਾ। ਆਪਣੀ ਜ਼ਿੰਦਗੀ ਦੀ ਜਮ੍ਹਾਂ ਪੂੰਜੀ ਇਹਨਾਂ ਪੁੱਤਰਾਂ ਨੂੰ ਖੜਾ ਕਰਨ ਵਿੱਚ ਲਗਾ ਦਿੱਤੀ। ਆਪਣੀ ਸਿਹਤ ਜਰਾ ਵੀ ਧਿਆਨ ਨਹੀਂ ਰੱਖਿਆ। ਹੁਣ ਜਦੋਂ ਮੇਰੇ ਪਤੀ ਦਾ ਸਾਥ ਛੁੱਟ ਗਿਆ ਅਤੇ ਮੇਰੀ ਸਿਹਤ ਵੀ ਹੁਣ ਮੇਰਾ ਸਾਥ ਨਹੀਂ ਦਿੰਦੀ। ਮੇਰੇ 2 ਪੁੱਤਰ ਜੋ ਮੇਰੇ ਦਵਾਈਆਂ ਦਾ ਖਰਚਾ ਵੀ, ਮੈਨੂੰ 2 ਵਕਤ ਦੀ ਰੋਟੀ ਵੀ ਨਹੀਂ ਦੇ ਸਕਦੇ। ਇਹਨਾਂ ਗੱਲਾਂ ਕਰਦੇ ਕਰਦੇ ਮਿੰਦੋ ਦੀਆਂ ਅੱਖਾਂ ਵਿੱਚੋਂ ਹੱਥਰੂ ਆ ਰਹੇ ਸਨ। ਉਹਨਾਂ ਕੋਲ ਹੁਣ ਬੋਲਿਆ ਨਹੀਂ ਜਾ ਰਿਹਾ ਸੀ। ਮਿੰਦੋ ਦੀ ਸਹੇਲੀ ਰਚਨਾ ਉਸਨੂੰ ਖਾਣ ਪਿਲਾ ਅਤੇ ਹੌਸਲਾ ਦਿੰਦੇ ਹੋਏ ਕਿਹਾ, ਸਭ ਠੀਕ ਹੋ ਜਾਵੇਗਾ। ਮਿੰਦੋ ਬੋਲੀ, ਪਤਾ ਨਹੀਂ ਇਸ ਉਮਰ ਵਿੱਚ ਹੋਰ ਕੀ ਦੇਖਣਾ ਲਿਖਿਆ ਹੋਇਆ ਹੈ। ਭੁੱਖ ਦੇ ਨਾਲ ਤੜਫਣ ਤੋਂ ਬਾਅਦ ਵੀ ਮੇਰਾ ਪ੍ਰਾਣ ਨਹੀਂ ਨਿਕਲ ਰਹੇ। ਇੰਨੇ ਕਹਿੰਦੇ ਉਹ ਜ਼ੋਰ ਦੀ ਰੋਣ ਲੱਗੀ ਤੇ ਜ਼ਮੀਨ ਦੇ ਉੱਪਰ ਬੈਠ ਗਈ। ਮਿੰਦੋ ਦੀ ਸਹੇਲੀ ਨੇ ਮਿੰਦੋ ਨੂੰ ਹੌਸਲਾ ਦਿੱਤਾ, ਜ਼ਮੀਨ ਤੋਂ ਉੱਠ ਕੁਰਸੀ ਤੇ ਬਿਠਾ ਦਿੱਤਾ। ਬੋਲੀ, ਦੇਖੋ ਭੈਣ ਜੀ, ਅਗਰ ਤੁਸੀਂ ਐਵੇਂ ਹਾਰ ਮੰਨ ਗਏ ਤਾਂ ਤੁਹਾਡੇ ਬੱਚੇ ਤੁਹਾਡਾ ਪਤਾ ਨਹੀਂ ਕੀ ਕੀ ਕਰਨਗੇ। ਅਗਰ ਤੁਸੀਂ ਹਿੰਮਤ ਦਿਖਾਉਂਦੇ ਹੋ ਤਾਂ ਗਲਤ ਦੇ ਖਿਲਾਫ ਆਵਾਜ਼ ਉਠਾਉਂਦੇ ਹੋ ਤਾਂ ਤੁਹਾਡਾ ਬੱਚਾ ਹੋਇਆ ਜੀਵਨ ਵਧੀਆ ਤਰੀਕੇ ਨਾਲ ਬੀਤ ਹੋ ਸਕਦਾ ਹੈ। ਆਪਣੀ ਸਹੇਲੀ ਦੀ ਇਹ ਗੱਲ ਸੁਣ ਮਿੰਦੋ ਸੋਚਾਂ ਵਿੱਚ ਪੈ ਗਈ। ਰਚਨਾ ਹੁਣ ਮਿੰਦੋ ਨੂੰ ਨਾਲ ਲੈ ਕੇ ਇੱਕ ਰੇਹੜੀ ਤੇ ਗਈ, ਜਿੱਥੇ ਉਸਨੇ ਮਿੰਦੋ ਨੂੰ ਪੇਟ ਭਰ ਰੋਟੀ ਖਵਾਈ। ਫਿਰ ਮਿੰਦੋ ਦੇ ਘਰ ਵਾਪਸ ਆ ਗਈ। ਥੋੜੀ ਬਹੁਤ ਦੇਰ ਬਾਅਦ ਸੋਚਾਂ ਵਿੱਚ ਪਈ ਰਹੀ। ਹੁਣ ਸ਼ਾਮ ਹੋ ਚੁੱਕੀ ਸੀ ਪਰ ਮਿੰਦੋ ਨੂੰ ਦੁਪਹਿਰ ਦੀ ਰੋਟੀ ਵੀ ਨਸੀਬ ਨਹੀਂ ਸੀ ਹੋਈ। ਫਿਰ ਖੁਦ ਹੀ ਹਿੰਮਤ ਕਰਕੇ ਜੋ ਥੋੜੇ ਬਹੁਤੇ ਪੈਸੇ ਪਏ ਸੀ ਉਹ ਲੈ ਕੇ ਕਰਿਆਨੇ ਦੁਕਾਨ ਤੋਂ ਇੱਕ ਬ੍ਰੈਡ ਦਾ ਪੈਕਟ ਖਰੀਦ ਲਿਆਈ। ਇੰਨੇ ਨੂੰ ਮਿੰਦੋ ਦੀ ਧੀ ਆਪਣੇ ਘਰ ਵਾਲੇ ਦੇ ਨਾਲ ਘਰ ਆ ਗਈ। ਉਸਦੀ ਮਾਂ ਉਸ ਵਕਤ ਬ੍ਰੈਡ ਖਾ ਰਹੀ ਸੀ ਤਾਂ ਮਿੰਦੋ ਨੇ ਆਪਣੀ ਧੀ ਨੂੰ ਦੇਖਿਆ, ਬ੍ਰੈਡ ਪੈਕਟ ਆਪਣੇ ਪਿੱਛੇ ਲੁਕੋ ਲਿਆ ਤੇ ਬੋਲੀ, ਧੀਏ ਤੂੰ ਕਦੋਂ ਆਈ? ਅਗਰ ਆਣਾ ਸੀ ਤਾਂ ਦੱਸ ਦੇਣਾ ਸੀ। ਮਿੰਦੋ ਦੀ ਧੀ ਦੀਪ ਨੇ ਕਿਹਾ, ਮਾਂ ਜਦੋਂ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕੀਤੀ ਸੀ ਮੈਨੂੰ ਅਹਿਸਾਸ ਹੋਇਆ ਜਿਵੇਂ ਕੁਝ ਠੀਕ ਨਹੀਂ ਹੈ, ਇਸੇ ਕਰਕੇ ਤੁਹਾਨੂੰ ਬਿਨਾਂ ਦੱਸੇ ਮਿਲਣ ਆ ਗਈ। ਹੁਣ ਮੈਨੂੰ ਸਾਫ਼-ਸਾਫ਼ ਦੱਸ ਕੀ ਗੱਲ ਹੈ? ਧੀਏ ਮੈਂ ਤੈਨੂੰ ਕਿਹਾ ਸੀ ਇਹ ਸਭ ਠੀਕ ਠਾਕ ਹੈ, ਤੂੰ ਬਿਨਾਂ ਸਿਰ ਪੈਰ ਚਿੰਤਾ ਕਰ ਰਹੀ ਆ। ਮਿੰਦੋ ਨੇ ਨਜ਼ਰਾਂ ਨੂੰ ਛੁਪਾਉਂਦੇ ਹੋਏ ਗੱਲ ਕਹੀ। ਉਸ ਸਮੇਂ ਮਿੰਦੋ ਦੀ ਸਹੇਲੀ ਰਚਨਾ ਦੀ ਆਵਾਜ਼ ਦਰਵਾਜ਼ੇ ਤੇ ਆਈ, ਕੀ ਸਵਾਹ ਠੀਕ ਹੈ? ਧੀਏ ਚੰਗਾ ਹੋਇਆ ਤੂੰ ਆ ਗਈ। ਮੈਨੂੰ ਦੱਸਦੀ ਆ ਕਿ ਤੇਰੀ ਮਾਂ ਕਿਸ ਤਰ੍ਹਾਂ ਦਿਨ ਕੱਟ ਰਹੀ ਹੈ। ਰਚਨਾ ਨੇ ਸਾਰੀ ਗੱਲ ਦੀਪ ਨੂੰ ਸੁਣਾ ਦਿੱਤੀ ਤੇ ਦੀਪ ਇੱਕ ਗੱਲ ਸੁਣ ਕੇ ਹੱਕੀ ਬੱਕੀ ਰਹਿ ਗਈ। ਉਹਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਉਸਦੀ ਮਾਂ ਦੇ ਉੱਪਰ ਜਾਨ ਛਿੜਕਣ ਵਾਲੇ ਉਹਦੇ ਭਰਾ ਅਚਾਨਕ ਇੰਨਾ ਬਦਲ ਜਾਣਗੇ। ਦੀਪ ਦੇ ਘਰ ਵਾਲੇ ਨੇ ਇਹ ਸਾਰੀਆਂ ਗੱਲਾਂ ਸੁਣੀਆਂ ਤੇ ਆਪਣੀ ਸੱਸ ਨੂੰ ਕਿਹਾ, ਮਾਂ ਜੀ ਮੇਰਾ ਇੱਕ ਦੋਸਤ ਬੜਾ ਵਧੀਆ ਵਕੀਲ ਹੈ, ਤੁਸੀਂ ਇੱਕ ਕੰਮ ਕਰੋ, ਆਪਣੀ ਪ੍ਰਾਪਰਟੀ ਦਾ ਕਾਗਜ਼ ਚੱਕੋ ਤੇ ਸਾਡੇ ਨਾਲ ਚੱਲੋ। ਮਿੰਦੋ ਨੇ ਮਨਾ ਕਰਨ ਤੇ ਵੀ ਦੀਪ ਤੇ ਉਸਦਾ ਘਰ ਵਾਲਾ ਨਹੀਂ ਮੰਨੇ। ਦੋਵੇਂ ਮਿੰਦੋ ਨੂੰ ਜ਼ਬਰਦਸਤੀ ਵਕੀਲ ਦੇ ਕੋਲ ਲੈ ਗਏ। ਵਕੀਲ ਨੇ ਸਾਰੇ ਕਾਗਜ਼ ਦੇਖੇ ਤੇ ਕਹਿਣ ਲੱਗਾ, ਤੁਸੀਂ ਮੈਨੂੰ ਇਹ ਦੱਸੋ ਕਿ ਕਾਗਜ਼ ਕਿਸ ਪ੍ਰਾਪਰਟੀ ਦੇ ਹਨ? ਮਿੰਦੋ ਨੇ ਕਿਹਾ, ਇਹ ਕਾਗਜ਼ ਸਾਡੇ ਘਰ ਤੇ ਜ਼ਮੀਨ ਦੇ ਹਨ। ਤਾਂ ਵਕੀਲ ਹੱਸਦੇ ਹੋਏ ਕਹਿਣ ਲੱਗਾ, ਅਗਰ ਇਸ ਤਰ੍ਹਾਂ ਦੀ ਗੱਲ ਹੈ ਤਾਂ ਤੁਸੀਂ ਆਪਣੇ ਦੋਵਾਂ ਪੁੱਤਰਾਂ ਨੂੰ ਨੌਵਾਂ ਨੂੰ ਸਬਕ ਸਿਖਾ ਸਕਦੇ ਹੋ। ਵਕੀਲ ਦੇ ਕਹਿਣ ਤੇ ਮਿੰਦੋ ਨੇ ਕਾਗਜ਼ੀ ਕਾਰਵਾਈ ਸ਼ੁਰੂ ਕੀਤੀ। ਕੁਝ ਵਕਤ ਮਿੰਦੋ ਘਰ ਵਾਪਸ ਆ ਗਈ। ਥੋੜੀ ਦੇਰ ਬਾਅਦ ਮਿੰਦੋ ਦੇ ਦੋਵੇਂ ਪੁੱਤਰ ਵੀ ਘਰ ਆ ਗਏ ਅਤੇ ਆਪਣੀ ਮਾਂ ਨੂੰ ਆ ਕੇ ਬੋਲੇ, ਮਾਂ ਹੁਣ ਤੁਹਾਡਾ ਬੋਝ ਹੋਰ ਨਹੀਂ ਚੁੱਕ ਸਕਦੇ, ਇਸ ਲਈ ਤੁਹਾਡਾ ਇੰਤਜ਼ਾਮ ਅਸੀਂ ਬਿਰਧ ਆਸ਼ਰਮ ਦੇ ਵਿੱਚ ਕਰਵਾ ਦਿੱਤਾ ਹੈ। ਇਹ ਗੱਲ ਸੁਣ ਕੇ ਮਿੰਦੋ ਬੜੀ ਹੈਰਾਨੀ ਦੇ ਨਾਲ ਉਹਨਾਂ ਨੂੰ ਦੇਖਣ ਲੱਗੀ ਤਾਂ ਵੱਡਾ ਮੁੰਡਾ ਬੋਲਿਆ, ਚਿੰਤਾ ਨਾ ਕਰੋ ਮਾਂ, ਮੈਂ ਉੱਥੇ ਤੁਹਾਨੂੰ ਕੋਈ ਵੀ ਤਕਲੀਫ ਨਹੀਂ ਹੋਵੇਗੀ। ਅੱਜੇ ਇਹ ਗੱਲ ਚੱਲ ਹੀ ਰਹੀ ਸੀ ਕਿ ਉਸੇ ਵਕਤ ਦੀਪ ਅਤੇ ਉਸਦਾ ਘਰ ਵਾਲਾ ਵਕੀਲ ਦੇ ਨਾਲ ਘਰ ਆ ਗਏ। ਉਹਨਾਂ ਦੋਵਾਂ ਨੂੰ ਵਕੀਲ ਦੇ ਨਾਲ ਦੇਖ ਕੇ ਦੋਵੇਂ ਨੌਵਾਂ ਪੁੱਤਰਾਂ ਹੈਰਾਨ ਹੋ ਗਏ। ਵੱਡਾ ਪੁੱਤਰ ਬੋਲਿਆ, ਕੀ ਤਮਾਸ਼ਾ, ਤੁਸੀਂ ਲੋਕ ਇੱਥੇ ਵਕੀਲ ਦੇ ਨਾਲ? ਫਿਰ ਬੋਲਿਆ, ਅੱਛਾ ਹੁਣ ਮੈਨੂੰ ਸਮਝ ਆਈ, ਮਾਂ ਦੀ ਸੰਪત્ਤੀ ਦੇ ਵਿੱਚ ਤੈਨੂੰ ਅਤੇ ਜੀਜੇ ਨੂੰ ਆਪਣਾ ਹਿੱਸਾ ਚਾਹੀਦਾ, ਇਸ ਕਰਕੇ ਤੁਸੀਂ ਵਕੀਲ ਨੂੰ ਨਾਲ ਲੈ ਕੇ ਆਏ ਹੋ। ਪਰ ਇਹ ਗੱਲ ਧਿਆਨ ਨਾਲ ਸੁਣੋ, ਇਹ ਸੰਪत्ति ਸਾਡੇ ਦੋਵਾਂ ਭਰਾਵਾਂ ਦੀ ਹੈ, ਇਸ ਦੇ ਉੱਪਰ ਤੇਰਾ ਕੋਈ ਹੱਕ ਨਹੀਂ। ਇਹ ਗੱਲ ਸੁਣ ਕੇ ਦੀਪ ਅਤੇ ਉਸਦੇ ਘਰ ਵਾਲੇ ਨੂੰ ਬਹੁਤ ਗੁੱਸਾ ਆਇਆ ਤੇ ਦੀਪ ਬੋਲੀ, ਮੈਨੂੰ ਮਾਂ ਦੀ ਸੰਪत्ति ਦੇ ਵਿੱਚੋਂ ਇੱਕ ਵੀ ਪੈਸਾ ਨਹੀਂ ਚਾਹੀਦਾ। ਮੈਂ ਤਾਂ ਬਸ ਇੰਨਾ ਚਾਹੁੰਦੀ ਹਾਂ ਕਿ ਮੇਰੀ ਮਾਂ ਦਾ ਬੁਢਾਪਾ ਵਧੀਆ ਤਰੀਕੇ ਨਾਲ ਗੁਜ਼ਰੇ। ਮੈਂ ਤਾਂ ਮਾਂ ਨੂੰ ਆਪਣੇ ਨਾਲ ਲੈ ਕੇ ਜਾਣਾ ਚਾਹੁੰਦੀ ਸੀ, ਲੇਕਿਨ ਮਾਂ ਨੇ ਇਹ ਕਹਿ ਕੇ ਮਨਾ ਕਰ ਦਿੱਤਾ ਕਿ ਮੈਂ ਆਪਣੇ ਜੀਵਨ ਦਾ ਅੰਤਿਮ ਸਮਾਂ ਇਸੇ ਘਰ ਦੇ ਵਿੱਚ ਬਤੀਤ ਕਰਨਾ ਚਾਹੁੰਦੀ ਹਾਂ। ਫਿਰ ਮਿੰਦੋ ਨੇ ਗੁੱਸੇ ਦੇ ਨਾਲ ਕਿਹਾ,
ਆਪਣੀ ਧੀ ਦੇ ਨਾਲੋਂ ਜ਼ਿਆਦਾ ਮੈਂ ਤੁਹਾਡੇ ਪਿਤਾ ਜੀ ਨੇ ਤੁਹਾਨੂੰ ਪਿਆਰ ਕੀਤਾ। ਇਹ ਸੋਚ ਕੇ ਕੁੜੀਆਂ ਦਾ ਪਰਾਇਆ ਧਨ ਹੁੰਦਾ ਹੈ। ਸਿਰਫ ਪੁੱਤਰ ਹੀ ਬੁਢਾਪੇ ਵਿੱਚ ਸਾਥ ਦਿੰਦੇ ਹਨ। ਪਰ ਤੁਸੀਂ ਮੈਨੂੰ ਇਹ ਮਹਿਸੂਸ ਕਰਵਾ ਦਿੱਤਾ ਕਿ ਮੈਂ ਕਿੰਨੀ ਗਲਤ ਸੀ। ਤੁਸੀਂ ਦੋਨਾਂ ਨੇ ਮੇਰੇ ਕੋਲੋਂ ਕੋਈ ਹੋਰ ਚਾਰਾ ਨਹੀਂ ਛੱਡਿਆ ਸੀ। ਜਦੋਂ ਤੱਕ ਜਾਇਦਾਦ ਮੇਰੇ ਨਾਮ ਸੀ ਤਦ ਤੱਕ ਤੁਸੀਂ ਮੇਰੇ ਅੱਗੇ ਪਿੱਛੇ ਫਿਰਦੇ ਰਹੇ, ਹਰ ਫਰਜ਼ ਨਿਭਾਉਂਦੇ ਰਹੇ। ਤੁਹਾਨੂੰ ਸਿਰਫ ਮੇਰੇ ਪੈਸੇ ਜ਼ਮੀਨ ਚਾਹੀਦੇ ਸੀ, ਇਹ ਬੁੱਢੀ ਮਾਂ ਨਹੀਂ ਚਾਹੀਦੀ। ਇਹ ਨਹੀਂ ਭੁੱਲੋ ਕਿ ਇਹ ਘਰ ਮੇਰੇ ਪਤੀ ਦਾ ਹੈ, ਜਿਸ ਦੇ ਉੱਪਰ ਸਭ ਤੋਂ ਪਹਿਲਾ ਅਧਿਕਾਰ ਮੇਰਾ ਹੈ। ਉਸੇ ਵਕਤ ਵੱਡੇ ਪੁੱਤਰ ਨੇ ਕਿਹਾ, ਪਰ ਹੁਣ ਇਸ ਦੇ ਉੱਪਰ ਤੁਹਾਡਾ ਕੋਈ ਅਧਿਕਾਰ ਨਹੀਂ। ਪਿਤਾ ਜੀ ਨੇ ਵਸੀਅਤ ਬਣਾਉਂਦੇ ਸਮੇਂ ਇਹ ਘਰ ਸਾਡੇ ਦੋਵਾਂ ਭਰਾਵਾਂ ਦੇ ਨਾਮ ਕਰ ਦਿੱਤਾ ਸੀ। ਉਸੇ ਵਕਤ ਵਕੀਲ ਸਾਹਿਬ ਬੋਲੇ, ਤੁਹਾਡੀ ਗੱਲ ਸਹੀ ਹੈ, ਲੇਕਿਨ ਤੁਹਾਡੇ ਪਿਤਾ ਜੀ ਦੇ ਮਰਨ ਤੋਂ ਪਹਿਲਾਂ ਇਹ ਘਰ ਜ਼ਮੀਨ ਆਪਣੀ ਪਤਨੀ ਮਿੰਦੋ ਦੇ ਨਾਮ ਤੇ ਕਰ ਦਿੱਤੀ ਸੀ ਤੇ ਨਾਲ ਇਹ ਵੀ ਲਿਖਵਾਇਆ ਸੀ ਕਿ ਉਹਨਾਂ ਦੀ ਪਤਨੀ ਜਿੰਦਾ ਦੀ ਸਾਰੀ ਪ੍ਰਾਪਰਟੀ ਦੀ ਮਾਲਕਣ ਰਹੇਗੀ। ਸ਼ਾਇਦ ਤੁਹਾਡੇ ਪਿਤਾ ਜੀ ਨੂੰ ਇਸ ਗੱਲ ਦਾ ਅਹਿਸਾਸ ਹੋ ਚੁੱਕਿਆ ਸੀ, ਇਸ ਕਰਕੇ ਉਹਨਾਂ ਨੇ ਆਪਣੇ ਮਰਨ ਤੋਂ ਪਹਿਲਾਂ ਵਸੀਅਤ ਦੇ ਵਿੱਚ ਕੁਝ ਬਦਲਾਵ ਕਰਵਾ ਦਿੱਤੇ ਸਨ। ਉਹਨਾਂ ਦੀ ਮੌਤ ਦੀ ਜਿਹੜੀ ਤਰੀਕ ਤੁਸੀਂ ਦੱਸੀ ਹੈ ਠੀਕ ਹੈ, ਉਸ ਤੋਂ ਇੱਕ ਹਫ਼ਤਾ ਪਹਿਲਾਂ ਹੀ ਵਸੀਅਤ ਨੂੰ ਬਦਲਾਵ ਦਿੱਤਾ ਗਿਆ ਸੀ। ਅੱਜ ਦੀ ਤਰੀਕ ਵਿੱਚ ਇਹ ਘਰ ਤੁਹਾਡੇ ਪਿਤਾ ਜੀ ਦੀ ਪਿੰਡ ਵਾਲੀ ਜ਼ਮੀਨ ਤੁਹਾਡੀ ਮਾਤਾ ਜੀ ਦੇ ਨਾਮ ਹੈ। ਉਹ ਇਸ ਤਰ੍ਹਾਂ ਮਰਜ਼ੀ ਉਸ ਦਾ ਇਸਤੇਮਾਲ ਕਰ ਸਕਦੇ ਹਨ, ਕੋਈ ਵੀ ਉਹਨਾਂ ਨੂੰ ਕੁਝ ਨਹੀਂ ਕਹਿ ਸਕਦਾ। ਇਹ ਸੁਣ ਕੇ ਦੋਵਾਂ ਪੁੱਤਰ ਜਿਸ ਤਰ੍ਹਾਂ ਜਾਨ ਹੀ ਜਾਨ ਨਿਕਲ ਪਈ ਤੇ ਉਹ ਕਦੇ ਵਕੀਲ ਦੇ ਵੱਲ ਦੇਖਦੇ, ਕਦੇ ਆਪਣੀ ਮਾਂ ਦੇ ਵੱਲ ਦੇਖਦੇ। ਇਸ ਘਟਨਾ ਤੋਂ ਬਾਅਦ ਮਿੰਦੋ ਅੱਜ ਤੱਕ ਸਭ ਸਹਿਣ ਕਰਦੀ ਆਈ। ਚੁੱਪਚਾਪ ਰਹਿਣ ਵਾਲੀ ਹੁਣ ਸਿੱਧੀ ਸਾਦੀ ਨਹੀਂ ਰਹੀ ਸੀ। ਉਹ ਆਪਣੇ ਅਧਿਕਾਰਾਂ ਲਈ ਲੜਨਾ ਸਿੱਖ ਗਈ ਸੀ। ਆਪਣੇ ਪੁੱਤਰ ਨੂੰਹਾਂ ਨੂੰ ਸਬਕ ਸਿਖਾਉਣ ਵਾਸਤੇ ਉਸਨੇ ਕਹਿ ਦਿੱਤਾ ਸੀ ਕਿ ਜਲਦੀ ਤੋਂ ਜਲਦੀ ਇਹ ਮਕਾਨ ਖਾਲੀ ਕਰ ਦਿਓ। ਇੰਨੀ ਗੱਲ ਸੁਣਦੇ ਮਿੰਦੋ ਦਾ ਵੱਡਾ ਪੁੱਤਰ ਮਾਂ ਦੇ ਪੈਰਾਂ 'ਚ ਪੈ ਗਿਆ ਤੇ ਕਹਿਣ ਲੱਗਾ, ਮਾਂ ਮੇਰੇ ਤੋਂ ਵੱਡੀ ਗਲਤੀ ਹੋ ਗਈ, ਮੈਨੂੰ ਮਾਫ਼ ਕਰ ਦਿਓ। ਉਸੇ ਵਕਤ ਛੋਟਾ ਪੁੱਤਰ ਬੋਲਿਆ, ਮਾਂ ਮੈਨੂੰ ਵੱਡੇ ਵੀਰ ਜੀ ਨੇ ਪੱਟੀ ਪੜ੍ਹਾਈ ਸੀ, ਨਹੀਂ ਮੈਂ ਤੁਹਾਡੇ ਨਾਲ ਕਦੇ ਜਿਹਾ ਕਰਨ ਬਾਰੇ ਸੋਚ ਨਹੀਂ ਸੀ ਸਕਦਾ। ਮਿੰਦੋ ਬੋਲੀ, ਮੈਨੂੰ ਬਿਰਧ ਆਸ਼ਰਮ ਭੇਜਣ ਤੋਂ ਪਹਿਲਾਂ ਤੁਸੀਂ ਇੱਕ ਵਾਰੀ ਨਹੀਂ ਸੋਚਿਆ ਕਿ ਸਾਡੀ ਬਜ਼ੁਰਗ ਮਾਂ ਕਿਸ ਤਰ੍ਹਾਂ ਰਹੇਗੀ? ਤਾਂ ਫਿਰ ਮੈਂ ਕਿਉਂ ਸੋਚਾਂ? ਮੈਂ ਆਪਣੇ ਦੋਵਾਂ ਪੋਤਰਿਆਂ ਨੂੰ ਦਰ ਦੇ ਧੱਕੇ ਖਾਣ ਵਾਸਤੇ ਨਹੀਂ ਛੱਡ ਸਕਦੀ। ਇਸ ਲਈ ਤੁਸੀਂ ਲੋਕ ਅਗਰ ਇਸ ਘਰ ਵਿੱਚ ਰਹਿਣਾ ਚਾਹੁੰਦੇ ਹੋ ਤਾਂ ਸਭ ਤੋਂ ਉੱਪਰ ਵਾਲੀ ਮੰਜ਼ਲ ਦੇ ਵਿੱਚ ਰਹਿ ਸਕਦੇ ਹੋ। ਹੁਣ ਮਿੰਦੋ ਨੇ ਆਪਣੀ ਗਲਤੀ ਨੂੰ ਸੁਧਾਰਦੇ ਹੋਏ ਇੱਕ ਹੋਰ ਕਦਮ ਚੁੱਕਿਆ। ਉਸਨੇ ਵਸੀਅਤ ਦੇ ਵਿੱਚ ਬਦਲਾਵ ਕਰ ਦਿੱਤਾ। ਮੇਰੀ ਮੌਤ ਤੋਂ ਬਾਅਦ ਉਸ ਪਿੰਡ ਵਾਲੀ ਜ਼ਮੀਨ ਦੀ ਹੱਕਦਾਰ ਸਿਰਫ ਉਸਦੀ ਬੇਟੀ ਹੋਵੇਗੀ। ਮਿੰਦੋ ਨੇ ਆਪਣੀ ਸਹੇਲੀ ਦੀ ਮਦਦ ਨਾਲ ਮਕਾਨ ਦੇ ਵਿਚਕਾਰਲੀ ਮੰਜ਼ਲ ਕਿਰਾਏ ਦੇ ਉੱਪਰ ਚੜ੍ਹਾ ਦਿੱਤੀ ਤੇ ਥੱਲੇ ਇਸੇ ਖੁਦ ਰਹਿਣਾ ਸ਼ੁਰੂ ਕਰ ਦਿੱਤਾ। ਦੀਪ ਨੇ ਆਪਣੀ ਮਾਂ ਦੇ ਖਾਣਾ ਬਣਾਉਣ ਵਾਸਤੇ, ਸਾਫ਼ ਸਫਾਈ ਕਰਨ ਵਾਸਤੇ, ਕੱਪੜੇ ਧੋਣ ਲਈ ਇੱਕ ਮੇਡ ਰੱਖ ਦਿੱਤੀ। ਮਿੰਦੋ ਨੂੰ ਖਾਣ ਲਈ ਵਧੀਆ ਨਸੀਬ ਹੁੰਦਾ ਸੀ। ਆਪਣੀ ਸੱਸ ਦਾ ਇਹ ਬਦਲਾਵ ਹੋਇਆ ਰੂਪ ਦੋ ਨੂੰਹਾਂ ਹੈਰਾਨ ਰਹਿ ਗਈਆਂ। ਹੈਰਾਨ ਤਾਂ ਦੋਵੇਂ ਪੁੱਤਰ ਵੀ ਸਾ ਤੇ ਉਹਨਾਂ ਨੂੰ ਅਹਿਸਾਸ ਵੀ ਸੀ ਕਿ ਉਹਨਾਂ ਤੋਂ ਬਹੁਤ ਵੱਡੀ ਗਲਤੀ ਹੋ ਚੁੱਕੀ ਹੈ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ, ਚੈਨਲ ਨੂੰ ਸਬਸਕ੍ਰਾਈਬ ਕਰੋ।